ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਪਣਾ ਟੌਪਿਕ ਚੱਲ ਰਿਹਾ ਸੀਗਾ ਜੀ ਗੈਰੇ ਟੂਲਸ ਐਂਡ ਇਕੁਇਪਮੈਂਟਸ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਡਾਇਲ ਗੇਜ ਦੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰਫੇਸ ਪਲੇਟਸ ਦੀ। ਨੈਕਸਟ ਆਪਾਂ ਗੱਲ ਕਰਾਂਗੇ ਵਾਇਰ ਗੇਜਸ, ਫਿਲਰ ਗੇਜ, ਸਕਰੂ ਪਿਚ, ਠੀਕ ਹੈ ਜੀ। ਉਸ ਤੋਂ ਬਾਅਦ ਰੇਡੀਅਸ ਫਿਲਟ ਗੇਜ ਅਤੇ ਬੋਰ ਗੇਜ ਦੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਡਾਇਲ ਗੇਜ ਦੀ, ਠੀਕ ਹੈ ਜੀ। ਡਾਇਲ ਗੇਜ ਨੂੰ ਆਪਾਂ ਡਾਇਲ ਇੰਡੀਕੇਟਰ ਵੀ ਕਹਿੰਦੇ ਹਾਂ ਜਾਂ ਆਪਾਂ ਇੰਡੀਕੇਟਿੰਗ ਗੇਜ ਵੀ ਕਹਿ ਸਕਦੇ ਹਾਂ। ਇਹ ਆਪਾਂ ਚੈੱਕ ਕਰ ਸਕਦੇ ਹਾਂ ਪੈਰਲਲਿਜ਼ਮ ਅਤੇ ਕੌਨਸੈਂਟ੍ਰਿਟੀ ਆਫ ਰੋਡਸ, ਠੀਕ ਹੈ, ਹੋਲਸ, ਫਲੈਟਨੈਸ ਆਫ ਸਰਫੇਸ, ਐਕੂਰੇਸੀ ਜਿਹੜੀ ਹੁੰਦੀ ਆ 0.01 mm ਇਹਦੀ ਜਿਹੜੀ ਐਕੂਰੇਸੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਇੱਕ ਕਹਿ ਸਕਦੇ ਹਾਂ ਰਾਊਂਡ ਗੇਜ ਹੁੰਦੀ ਆ, ਠੀਕ ਹੈ ਜੀ। ਇਹਦੇ 'ਚ ਜਿਹੜਾ ਪੁਆਇੰਟਰ ਆ ਇਹ ਆਹ ਪੁਆਇੰਟਰ ਆ, ਠੀਕ ਹੈ ਜੀ। ਕੰਟੈਕਟ ਪੁਆਇੰਟਰ ਇਹ ਰਿਮੂਵੇਬਲ ਹੈਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦੇ ਪਾਰਟਸ ਦੀ ਗੱਲ ਕਰਦਾ, ਇਹਨੂੰ ਡਸਟ ਪ੍ਰੂਫ ਕੈਪ ਕਹਿੰਦੇ ਨੇ, ਠੀਕ ਹੈ ਜੀ। ਉਸ ਤੋਂ ਇਹਨੂੰ ਹੁੰਦਾ ਰੈਵੋਲੂਸ਼ਨ ਕਾਊਂਟਰ। ਆਹ ਆਪਣਾ ਪੁਆਇੰਟਰ ਆ ਗਿਆ, ਠੀਕ ਆ। ਆਹ ਆਪਣੀ ਮਾਰਕਿੰਗ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਇਹਦੀ ਆਹ ਸਟੈਮ ਆ, ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਇਹਦੀ ਡਾਇਲ ਗੇਜ ਦੀ, ਇਹਦੇ 'ਚ ਇੱਕ ਪੁਆਇੰਟਰ ਆ ਜਿਹੜਾ ਕਿ ਗ੍ਰੈਜੂਏਟਡ ਸਕੇਲ ਦੇ ਉੱਤੇ ਮੂਵ ਕਰਦਾ। ਉਸ ਤੋਂ ਬਾਅਦ ਗੱਲ ਕਰਾਂਗੇ ਇਹਦੇ ਵਿੱਚ ਜਦੋਂ ਇਹਦੀ ਵਰਕਿੰਗ ਬਾਰੇ ਸਮਝਾਊਂਗਾ। ਜਦੋਂ ਇੱਕ ਜਿਹੜਾ ਮੂਵਮੈਂਟ ਆਫ ਪਲੰਜਰ ਆ, ਜਿਹੜਾ ਆਹ ਮੂਵਮੈਂਟ ਆਫ ਪਲੰਜਰ ਆ ਜੀ, ਉਹ ਪਿੰਨ ਆ ਅਤੇ ਇਹਦੇ ਵਿੱਚ ਕੀ ਹੁੰਦਾ ਵੇਰੀਅਸ ਜਿਹੜਾ ਮਕੈਨੀਕਲ ਲਿੰਕਸ ਹੁੰਦੇ ਨੇ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਦੇਖੋ ਜਿਹੜਾ ਡਾਇਲ ਆ ਇਹਦੇ ਵਿੱਚ ਵੇਰੀਅਸ ਮਕੈਨੀਕਲ ਲਿੰਕਸ ਹੁੰਦੇ ਨੇ, ਠੀਕ ਹੈ। ਇਹਨੂੰ ਰੋਟੇਸ਼ਨ ਮੋਸ਼ਨ ਆਫ ਆ ਪੁਆਇੰਟਰ ਰਾਹੀਂ ਇਹਦੇ ਵਿੱਚ ਨਟ ਇੱਕ ਪ੍ਰੋਵਾਈਡਡ ਕੀਤਾ ਜਾਂਦਾ। ਇਹਦੇ ਵਿੱਚ ਦੀ ਗੱਲ ਕਰ ਰਹੇ ਹਾਂ, ਨਟ ਪ੍ਰੋਵਾਈਡਡ ਕੀਤਾ ਜਾਂਦਾ ਹੈੱਡ ਦੇ ਉੱਤੇ। ਆਹ ਹੁੰਦਾ ਨਟ, ਠੀਕ ਹੈ ਜੀ, ਫॉर ਜ਼ੀਰੋ ਐਡਜਸਟਮੈਂਟ, ਤਾਂ ਕਿ ਇਹ ਜ਼ੀਰੋ ਐਡਜਸਟਮੈਂਟ ਦੇ ਉੱਤੇ ਆਪਾਂ ਆ ਸਕੇ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂਗੇ ਜਿਹੜਾ ਐਂਡ ਟੱਚ ਆਫ ਪਲੰਜਰ ਆ, ਜਿਹੜਾ ਆਪਣਾ, ਠੀਕ ਹੈ, ਜੋਬਸ ਵਾਈਲ ਮੈਜ਼ਰਿੰਗ, ਠੀਕ ਆ। ਜਿਹੜਾ ਕੰਪਲੀਟ ਰੈਵੋਲੂਸ਼ਨ ਆ, ਜਿਹੜਾ ਇਹਦਾ ਕੰਪਲੀਟ ਰੈਵੋਲੂਸ਼ਨ ਆ, ਜਿਹੜਾ ਮੇਨ ਪੁਆਇੰਟਰ ਆ ਉਹ 1 mm ਅਤੇ ਇਹਦਾ ਡਿਵਾਈਡ ਕੀਤਾ ਹੁੰਦਾ ਇਨਟੂ 100 ਪਾਰਟਸ। 100 ਪਾਰਟਸ ਵਿੱਚ ਡਿਵਾਈਡ ਕੀਤਾ ਹੁੰਦਾ। ਟੋਟਲ ਜਿਹੜਾ ਨੰਬਰ ਆਫ ਰੈਵੋਲੂਸ਼ਨ ਆ ਉਹ ਕਹਿ ਸਕਦੇ ਆ ਮੇਨ ਪੁਆਇੰਟ ਦੀ। ਇਹਨੂੰ ਇੱਕ ਸਮਾਲ ਪੁਆਇੰਟਰ ਕਿੰਨੇ ਰੈਵੋਲੂਸ਼ਨ ਹੋ ਚੁੱਕੇ ਨੇ 1 ਜਾਂ 2, ਠੀਕ ਆ। ਉਸ ਹਿਸਾਬ ਨਾਲ ਆਪਾਂ ਨੂੰ ਐਡਜਸਟ ਸਮਾਲ ਪੁਆਇੰਟਰ ਇਹਨੂੰ ਆਪਾਂ ਰਨ ਆਊਟ ਅਤੇ ਅਬਿਲਿਟੀ ਆਫ ਜਿਹੜੇ ਜੋਬਸ ਨੇ ਉਹਦੇ ਵਾਸਤੇ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਰਾਈਟ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰਫੇਸ ਪਲੇਟ ਦੀ, ਠੀਕ ਹੈ ਜੀ। ਸਰਫੇਸ ਪਲੇਟ ਕੀ ਹੁੰਦਾ, ਇੱਕ ਪਲੇਟ ਆ ਆਫ ਪ੍ਰੂਵਡ ਫਲੈਟਨੈਸ, ਠੀਕ ਹੈ, ਉਹਨੂੰ ਕਿਹਾ ਗਿਆ। ਇਹਦੇ ਵਾਸਤੇ ਕਹਿ ਸਕਦੇ ਐਕੂਰੇਟ ਲਾਈਨਰ ਅਤੇ ਐਂਗੂਲਰ ਮੈਜ਼ਰਮੈਂਟ ਵਾਸਤੇ ਯੂਜ਼ ਹੁੰਦੀ ਹੈ। ਕਾਸਟ ਆਇਰਨ ਸਰਫੇਸ ਪਲੇਟ ਹੁੰਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਫॉर ਏਡ ਸੂਟੇਬਲ ਮੇਕਿੰਗ ਕੰਪੋਨੈਂਟ ਇਟ ਸਰਵ ਫॉर ਟੈਸਟਿੰਗ ਦੀ ਡਿਗਰੀ ਆਫ ਫਲੈਟਨੈਸ ਆਫ ਅਦਰ ਸਰਫੇਸਿਸ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੱਲ ਕਰਾਂਗੇ, ਇਹਦੀ ਵਰਕਿੰਗ ਸਮਝਾਊਂਗਾ। ਸਭ ਤੋਂ ਪਹਿਲਾਂ ਡਾਇਗਰਾਮ ਦੇ ਉੱਤੇ ਦੋ ਵਿਊ ਵੇ ਹੋਏ ਨੇ, ਜਾਂ ਫਰੰਟ ਵਿਊ ਆ, ਰਾਈਟ। ਇਹਦਾ ਤੁਸੀਂ ਆਪਾਂ ਕਹਿ ਸਕਦੇ ਹਾਂ ਬਾਟਮ ਵਿਊ, ਠੀਕ ਹੈ ਜੀ। ਆਹ ਹੁੰਦਾ ਬਾਟਮ ਵਿਊ, ਠੀਕ ਹੈ ਜੀ। ਇਹਦੇ ਵਿੱਚ ਆਹ ਆਪਣੀ L ਲੈਂਥ, ਠੀਕ ਹੈ, mm ਦੇ ਵਿੱਚ ਆਹ ਹੋ ਗਈ ਇਹਦੀ ਚੜਾਈ, B ਫॉर ਬ੍ਰੈਡਥ, ਠੀਕ ਹੈ, mm ਦੇ ਵਿੱਚ। ਆਹ ਰਿਬਸ ਹੋ ਗਏ, ਇਹਨੂੰ ਫੁੱਟ ਕਹਿੰਦੇ ਨੇ, ਠੀਕ ਹੈ ਜੀ। ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਫਰੇਮਿੰਗ, ਆਹ ਚੀਜ਼, ਅਤੇ ਰਿਬਿੰਗ, ਠੀਕ ਹੈ, ਫਰੇਮਿੰਗ ਐਂਡ ਰਿਬਿੰਗ, ਇਹਨੂੰ ਆਹ ਚੀਜ਼ ਨੂੰ, ਅਤੇ ਇੱਕ ਜਿਹੜੀ ਆਪਣੀ ਆਹ ਚੀਜ਼ ਆ ਫਰੇਮਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਵੁਡਨ ਕਵਰ ਦੇ ਉੱਤੇ ਇਹਨੂੰ ਆਪਾਂ ਇਹਨੂੰ ਢੱਕ ਕੇ ਰੱਖਦੇ ਹਾਂ ਜਦੋਂ ਆਪਾਂ ਇਹਨੂੰ ਨਹੀਂ ਯੂਜ਼ ਕਰਦੇ, ਕਿਉਂਕਿ ਇਹਦੇ ਵਿੱਚ ਰਸਟਿੰਗ ਜਾਂ ਕਰੋਜ਼ਨ ਦਾ ਹੋਣ ਦਾ ਬੜਾ ਚਾਂਸ ਹੁੰਦਾ, ਠੀਕ ਹੈ ਜੀ। ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਇਹਨੂੰ ਸੈਂਟਰ ਕਰਨਾ, ਕਿਉਂਕਿ ਆਪਾਂ ਇਹਨੂੰ ਲੈਵਲ ਵੀ ਕਰ ਸਕਦੇ ਹਾਂ, ਠੀਕ ਹੈ। ਅਤੇ ਕਾਰਨਰਸ ਦੇ ਉੱਤੇ ਇਹਨੂੰ ਯੂਨੀਫਾਰਮ ਵੀਅਰ ਦੇ ਉੱਤੇ ਲੱਗੇ ਹੁੰਦੇ ਨੇ, ਇਹਨੂੰ ਆਪਾਂ ਕਹਿ ਸਕਦੇ ਹਾਂ ਸਪੋਰਟਿੰਗ ਫਲੀਟਸ ਹੁੰਦੇ ਨੇ। ਇਹਦੇ ਰਾਹੀਂ ਆਪਾਂ ਇਹਨੂੰ ਫਲੀਟਸ ਨੇ ਜਿਹੜੇ ਆਪਾਂ ਇਹਨੂੰ ਐਡਜਸਟਮੈਂਟ ਆਪਾਂ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਜਿਹੜੇ ਸਰਫੇਸ ਪਲੇਟਸ ਨੇ ਇਹ 3 ਗ੍ਰੇਡਸ ਦੀ ਹੁੰਦੀ ਹੈ ਜੀ। ਇੱਕ ਹੁੰਦੀ ਆ ਗ੍ਰੇਡ 1, ਗ੍ਰੇਡ 2, ਗ੍ਰੇਡ 3। ਗ੍ਰੇਡ 1 ਆ ਇਹ ਐਪਲੀਕੇਬਲ ਫॉर ਸਰਫਸਿੰਗ ਪਲੇਟਸ ਹੁੰਦੇ ਨੇ, ਜਿਹਦੇ ਵਿੱਚ ਇਨਕਲੂਡਿੰਗ 2000, ਠੀਕ ਹੈ। ਸਭ ਤੋਂ ਪਹਿਲਾਂ ਕਹਿ ਸਕਦੇ 2000 ਇੰਟੂ 1000 mm, ਠੀਕ ਹੈ, ਜਿਹੜੇ ਗ੍ਰੇਡ ਹੁੰਦੇ ਨੇ। ਅਤੇ ਉਸ ਤੋਂ ਬਾਅਦ ਗ੍ਰੇਡ 2 ਆ 4000 ਇੰਟੂ 1250,
मतलब कि पहला कह सकते हैं पहला ग्रेड आ जिहड़ा वो 2000 तो लैके 1000 mm, ठीक है। जिहड़ा दूसरा ग्रेड आ वो हैगा 4000 तो लैके 1250 mm तक। तो जिहड़ा तीसरा ग्रेड आ वो हैगा 2000 इंटू 1259 mm तो लैके 3150 mm तक हुंदा। तो जिहड़ा ग्रेड 1 हुंदा ये मोस्ट एक्यूरेट हुंदा, जिहड़ा ग्रेड 2 आ ये लैस एक्यूरेट आ। उस तो बाद ग्रेड जिहड़ा 1 आ ये मोर एक्यूरेट हुंदा ग्रेड 3 दे नालों, ठीक है। ਇਹਦੇ ਵਿੱਚ ਕੀ ਹੁੰਦਾ ਪ੍ਰਿਸਕ੍ਰਾਈਬ ਲਿਮਿਟਸ ਟੋਲਰੈਂਸ ਹੁੰਦੇ ਨੇ ਫਲੈਟਸ, ਠੀਕ ਹੈ। ਇਹਨੂੰ UM ਇਹਦਾ ਹੈਗਾ ਆ ਚੀਜ਼ ਇਹਨੂੰ ਮਾਈਕਰੋਨਸ ਦੇ ਵਿੱਚ ਹੁੰਦਾ, ਠੀਕ ਹੈ। ਫॉर ਵੇਰੀਅਸ ਗਲਾਸ ਸਰਫੇਸ ਪਲੇਟਾਂ ਵੀ ਆਉਂਦੀਆਂ ਨੇ ਅੱਜ ਕੱਲ੍ਹ ਆਉਣ ਲੱਗ ਗਈਆਂ ਗਲਾਸ ਸਰਫੇਸ ਪਲੇਟਸ ਨੇ 6 ਸਾਈਜ਼ ਆਫ ਆਪਾਂ ਕਹਿ ਸਕਦੇ ਹਾਂ ਗਲਾਸ ਰੇਂਜਸ 150 ਤੋਂ ਇੰਟੂ 150 mm, ਠੀਕ ਹੈ। ਉਸ ਤੋਂ ਬਾਅਦ ਤੋਂ ਲੈ ਕੇ 600 ਤੋਂ ਲੈ ਕੇ 900 mm ਤੱਕ ਆਉਂਦੀਆਂ ਨੇ ਗਲਾਸ ਰੇਂਜਸ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਇੱਕ ਵੈਂਟ ਲਾਈਨ ਬਾਕਸ ਹੁੰਦੇ ਨੇ ਸਪਲਾਈ ਕੀਤੀ ਹੁੰਦੀਆਂ ਨੇ ਵਿਦ ਲਿਡ, ਠੀਕ ਹੈ। ਇਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਐਡਵਾਂਟੇਜ ਇਹਦੇ ਵਿੱਚ ਇਹਦੇ 'ਤੇ ਸਰਫੇਸ ਪਲੇਟ ਕਾਸਟ ਆਇਰਨ ਵਾਲੀਆਂ ਅਤੇ ਗਲਾਸ ਵਾਲੀਆਂ ਜਿਹੜੀਆਂ ਆਉਂਦੀਆਂ ਨੇ ਵਿੱਚ ਕੀ ਐਡਵਾਂਟੇਜ ਆ ਉਹਦੇ ਬਾਰੇ ਮੈਂ ਦੱਸੂਗਾ। ਇੱਕ ਤਾਂ ਲਾਈਟ ਆ, ਕਾਸਟ ਆਇਰਨ ਦੀ ਹੈਵੀ ਇਨ ਵੇਟ ਆ, ਠੀਕ ਹੈ। ਦੂਸਰੀ ਗੱਲ ਆ ਇਮਿਊਨਿਟੀ ਆਫ ਰਸਟਿੰਗ ਅਤੇ ਐਟਮੋਸਫੇਰਿਕ ਕਰੋਜਨ, ਠੀਕ ਹੈ। ਉਹਦੇ ਨਾਲ ਜਿਹੜੀ ਕਰੋਜਨ ਆ ਉਹ ਗਲਾਸ ਸਰਫੇਸ ਪਲੇਟ ਆ ਉਹ ਘੱਟ ਹੁੰਦੀ ਆ। ਮੇਨਟੇਨੈਂਸ ਐਕੂਰੇਸੀ ਆਪਾਂ ਲੌਂਗਰ ਪੀਰੀਅਡ ਵਾਸਤੇ ਰੱਖ ਸਕਦੇ ਹਾਂ। ਅਤੇ ਚੌਥੀ ਹੁੰਦੀ ਆ ਹਾਇਰ ਡਿਗਰੀ ਆਫ ਐਕੂਰੇਸੀ ਇਜ਼ ਈਜ਼ੀਲੀ ਅਟੇਨੇਬਲ ਇਨ ਮੇਨਟੇਨੈਂਸ ਜਾਂ ਮੈਨੂਫੈਕਚਰਰਸ। ਇਹ ਜਿਹੜੀ ਚੀਜ਼ਾਂ ਜਿਹੜੀਆਂ ਆਪਾਂ ਸਰਫੇਸ ਪਲੇਟਾਂ ਰਾਹੀਂ ਆਪਣੀਆਂ ਗੱਲ ਹੁੰਦੀ ਆ। ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਜੀ ਗੇਜਸ ਦੀ ਵਿੱਚ। ਗੇਜ ਵਿੱਚ ਵਾਇਰ ਗੇਜਸ ਆਉਂਦੇ ਨੇ, ਠੀਕ ਹੈ ਜੀ। ਇਹਦੇ ਵਾਸਤੇ ਕੀ ਹੁੰਦਾ ਥਿਕਨੈਸ ਆਫ ਸ਼ੀਟ ਮੈਟਲ ਦੇ ਵਿੱਚ ਯੂਜ਼ ਕੀ ਦੀ ਕਾਮਨ ਜਿਹੜੀ ਵਾਇਰ ਗੇਜ ਹੁੰਦੀ ਆ ਉਹ ਹੁੰਦੀ ਆ ਇੰਪੀਰੀਅਲ ਸਟੈਂਡਰਡ ਵਾਇਰ ਗੇਜ, ਠੀਕ ਹੈ ਜੀ। ਇਹਦੇ ਵਿੱਚ ਹਾਰਡ ਸਲੋਟਸ ਹੁੰਦੇ ਨੇ ਅਤੇ 4 ਸਾਈਡਸ ਹੁੰਦੀਆਂ ਨੇ ਇੰਡੀਕੇਟਰ ਦੀਆਂ ਅਤੇ ਵਾਈਟ ਜ਼ੋਨਸ ਹੁੰਦੀਆਂ ਨੇ। ਅਤੇ ਇਹਦੇ ਵਿੱਚ ਕੀ ਕਹਿ ਸਕਦੇ ਹਾਂ ਸ਼ੀਟ ਮੈਟਲ ਦੇ ਵਿੱਚ ਵਾਇਰ ਗੇਜ ਵਿੱਚ ਯੂਜ਼ ਕੀਤੀ ਜਾਂਦੀ ਹੈ ਜਿਹਦੇ ਵਿੱਚ 21 ਸਲੋਟ ਹੁੰਦੇ ਨੇ ਵਿਦ ਗੇਜਿਸ ਰੇਂਜਿੰਗ ਫਰੋਮ 4 ਤੋਂ ਲੈ ਕੇ 24 ਤੱਕ, ਠੀਕ ਹੈ ਜੀ। ਉਸ ਤੋਂ ਬਾਅਦ ਨੰਬਰ ਜਿਹੜਾ ਇਹਦੇ ਵਿੱਚ ਅਲੱਗ-ਅਲੱਗ ਸਟੈਂਡਰਡ ਵਾਇਰ ਗੇਜਿਸ ਦੇ ਸਾਈਜ਼ ਆਉਂਦੇ ਨੇ, ਰਾਈਟ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੀ ਆ ਫਿਲਰ ਗੇਜ, ਰਾਈਟ। ਫਿਲਰ ਗੇਜ ਦੇ ਵਿੱਚ ਕੀ ਹੈ ਜੀ ਇਹ ਗੈਪ ਚੈੱਕ ਗੈਪ ਕਰਨ ਵਾਸਤੇ ਕਲੀਅਰੈਂਸ ਟੂ ਬਿਟਵੀਨ 2 ਮੀਟਿੰਗ ਪਾਰਟਸ। ਇਟ ਕੰਸਿਸਟ ਆਫ ਨੰਬਰ ਆਫ ਮੈਟਲ ਲੀਵਸ ਨੋਨ ਐਜ਼ ਸ਼ੀਟ ਸਟ੍ਰਿਪਸ, ਠੀਕ ਹੈ। ਇਹਦੇ ਵਿੱਚ ਇੱਕ ਲੀਫ ਹੁੰਦਾ ਮਾਰਕ ਕੀਤਾ ਇਹਦਾ ਥਿਕਨੈਸ ਵੇਰੀਜ਼ ਕਰਦੇ ਨੇ 0.05 mm ਤੋਂ ਲੈ ਕੇ 1 mm ਤੱਕ, ਠੀਕ ਹੈ। ਇਹਦੇ ਵਿੱਚ ਲੀਵਸ ਪ੍ਰੋਵਾਈਡਡ ਹੁੰਦੇ ਨੇ ਨਾਈਫ ਸ਼ੇਪ ਦੀਆਂ ਹੁੰਦੀਆਂ ਨੇ, ਠੀਕ ਹੈ ਜੀ ਫਿਲਰ ਗੇਜ। ਉਸ ਤੋਂ ਬਾਅਦ ਆਉਂਦੀ ਆ ਸਕਰੂ ਪਿਚ ਗੇਜ, ਠੀਕ ਹੈ ਜੀ। ਸਕਰੂ ਪਿਚ ਵਿੱਚ ਇਹ ਚੈੱਕ ਕਰਨ ਵਾਸਤੇ ਹੁੰਦੇ ਆ ਪਿਚ ਆਫ ਦੀ ਸਕਰੂ ਚੈੱਕ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਆ। ਇਹ ਗੇਜ ਨੰਬਰ ਆਫ ਬਲੇਡਸ ਦੇ ਹਰੇਕ ਦੀ ਜਿਹੜੀ ਪ੍ਰੋਫਾਈਲ ਹੁੰਦੀ ਆ ਉਹ 1 ਸਟੈਂਡਰਡ ਪਿਚ ਥਰੈਡ ਹੁੰਦੇ ਨੇ, ਠੀਕ ਹੈ ਜੀ। ਇਹਦੇ ਵਾਸਤੇ ਕੀ ਹੁੰਦੇ ਆ ਇਹਨੂੰ ਕਰ ਸਕਦੇ ਆ ਸਕਰੂ ਪਿਚ ਗੇਜ ਦੇ ਵਿੱਚ, ਠੀਕ ਹੈ ਜੀ। ਇਹਦੀ ਜਿਹੜੀ ਰੇਂਜ ਹੁੰਦੀ ਆ ਪਿਚ ਰੇਂਜ ਹੁੰਦੀ ਆ 0.25 ਤੋਂ ਲੈ ਕੇ 6.0 mm ਤੱਕ ਹੁੰਦੀ ਹੈ। ਇਹਦੇ ਵਿੱਚ 24 ਬਲੇਡਸ ਹੁੰਦੇ ਨੇ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਥਿਕਨੈਸ ਆ ਇਹ ਜਿਹੜੇ ਹੁੰਦੇ ਆ 0.5 mm ਜਿਹੜੇ ਹੁੰਦੇ ਨੇ ਬਲੇਡਸ ਇਹਦੇ ਵਿੱਚ 23 ਬਲੇਡਸ ਹੁੰਦੇ ਨੇ, ਠੀਕ ਹੈ ਜੀ। ਅਲੱਗ-ਅਲੱਗ ਜਿਹੜੀ ISO ਪ੍ਰੋਫਾਈਲ 60 ਡਿਗਰੀ ਦੀ ਆ ਉਹ 1 ਬੈਰੀਅਰ ਬਲੇਡਸ ਦੀ ਹੁੰਦੀ ਆ ਉਹ ਯੂਜ਼ ਕੀਤੀ ਜਾਂਦੀ ਹੈ। ਇਹਨੂੰ ਈਜ਼ਲੀ ਰਿਮੂਵ ਆਪਾਂ ਰੋਟੇਟ ਕਰ ਸਕਦੇ ਹਾਂ, ਠੀਕ ਹੈ, ਅਬਾਊਟ ਦੇਅਰ ਹਿੰਜਸ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫਿਲਟ ਗੇਜ ਦੀ, ਠੀਕ ਹੈ ਜੀ। ਫਿਲਟ ਗੇਜ ਦੇ ਵਿੱਚ ਕੀ ਹੈ ਰੇਡੀਅਸ ਅਤੇ ਕਰਵੇਚਰ ਕਨਕੇਵ ਅਤੇ ਕਨਵੈਕਸ ਸਰਫੇਸ ਆਫ ਸਟੀਲ ਬੇਡਸ ਹਾਇਰ ਸਟੈਂਡਰਡ ਰੇਡੀ ਗਰਾਊਂਡਡ ਲੈਬਡ ਆਫ ਇੰਟਾਇਰ ਐਂਡਸ, ਠੀਕ ਹੈ ਜੀ। ਇਹ ਜਿਹੜਾ ਸਾਈਜ਼ ਹੁੰਦਾ ਸੀਰੀਅਸ ਗੇਜ ਦਾ ਇਹਨੂੰ ਆਪਾਂ ਹਰੇਕ ਲੀਵ 'ਤੇ ਇਹਦੇ ਵਿੱਚ ਇਹਨੂੰ ਫਾਸਟਨ ਟੂ ਐਡ ਕਰ ਵਿਦ ਹੈਲਪ ਆਫ ਸਮਾਲ ਹੋਲਡਰ। ਉਸ ਤੋਂ ਬਾਅਦ ਲਾਸਟ 'ਤੇ ਗੱਲ ਕਰੂੰਗਾ ਜੀ ਬੋਰ ਗੇਜਸ। ਬੋਰ ਗੇਜਸ ਦੇ ਵਿੱਚ ਤੁਸੀਂ ਇਸ ਟਾਈਮ ਡਾਇਗਰਾਮ ਦੇਖ ਰਹੇ ਹੋ ਇੱਕ ਡਾਇਲ ਇੰਡੀਕੇਟਰ ਆ, ਉਸ ਤੋਂ ਬਾਅਦ ਸਪਿੰਡਲ ਆ ਆਪਣਾ ਇੱਕ ਵਰਕ ਪੀਸ ਆ ਉਹਦੇ ਵਿੱਚ ਇੰਟਰਨਲ ਡਾਇਆਮੀਟਰ ਜਿਹੜਾ ਹੁੰਦਾ ਉਹਦੇ ਰਾਹੀਂ ਆਪਾਂ ਇਹਨੂੰ ਨਾਪ ਸਕਦੇ ਹਾਂ, ਠੀਕ ਆ। ਇਹਦੇ ਵਿੱਚ ਜੇ ਪਾਰਟਸ ਦੇ ਟੀ ਸ਼ੇਪ ਹੈਡ ਹੁੰਦਾ ਇੱਕ ਐਨਵਲ ਹੁੰਦਾ ਇੱਕ ਪਲੰਜਰ ਹੁੰਦਾ ਕੰਟਰੋਲਡ ਬਾਈ ਸਪਰਿੰਗ। ਉਸ ਤੋਂ ਬਾਅਦ ਸਲਾਈਡਰ ਪਲੇਟ ਹੁੰਦਾ ਸਪੈਂਡਲ ਹੁੰਦਾ ਕਾਲਰ ਹੁੰਦਾ ਨਰਲਡ ਨਟ ਹੁੰਦਾ ਡਾਇਲ ਇੰਡੀਕੇਟਰ ਆਫ ਲੌਂਗ ਰੋਡ, ਠੀਕ ਹੈ ਜੀ। ਇਹਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਜਿਹੜੇ ਬੋਰ ਗੇਜਸ ਆ ਉਹ